ਸੋ ਡੀਅਰ ਸਟੂਡੈਂਟਸ, ਅੱਜ ਆਪਾਂ ਵੇਵ ਗਾਈਡਸ ਵਾਲਾ ਚੈਪਟਰ ਡਿਸਕਸ ਕਰਾਂਗੇ। ਇਹਦੇ ਵਿੱਚ ਆਪਾਂ ਵੇਵ ਗਾਈਡਸ ਦੀ ਆਪਰੇਸ਼ਨ, ਵੇਵ ਗਾਈਡਸ ਦੀ ਕੰਸਟਰਕਸ਼ਨ, ਵੇਵ ਗਾਈਡਸ ਦੇ ਵਿੱਚ ਐਨਰਜੀ ਕਿਸ ਕਿਸ ਕੌਨਫੀਗਰੇਸ਼ਨ ਦੇ ਵਿੱਚ ਟਰੈਵਲ ਕਰਦੀ ਹੈ, ਔਰ ਵੇਵ ਗਾਈਡ ਦੇ ਵਿੱਚ ਮੇਨ ਟਰਮਸ ਕੀ ਹੁੰਦੀਆਂ ਨੇ, ਜਿਵੇਂ ਕੱਟ ਆਫ ਵੇਵ ਲੈਂਥ ਹੋ ਗਈ, ਡੋਮੀਨੈਂਟ ਮੋਡ ਹੋ ਗਿਆ, ਗਾਈਡ ਵੇਵ ਲੈਂਥ ਹੋ ਗਈ ਐਂਡ ਸੋ ਔਨ। ਇਸ ਤਰ੍ਹਾਂ ਦੀਆਂ ਚੀਜ਼ਾਂ ਔਰ ਇਹਦਾ ਵੇਵ ਗਾਈਡ ਦੇ ਐਡਵਾਂਟੇਜਸ ਕੀ ਹੁੰਦੇ ਨੇ ਐਜ਼ ਕੰਪੇਅਰ ਟੂ ਟਰਾਂਸਮਿਸ਼ਨ ਲਾਈਨ। ਇਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਇੱਕ ਜਿਹੜੀ ਇਹ ਪੁਆਇੰਟ ਆਉਂਦਾ ਕਿ ਵੇਵ ਗਾਈਡ ਹੈ ਕੀ ਚੀਜ਼ ਹੈ। ਜਿਸ ਤਰ੍ਹਾਂ ਤੁਸੀਂ ਇਸ ਫਿਗਰ ਦੇ ਵਿੱਚ ਦੇਖ ਰਹੇ ਹੋ, ਵੇਵ ਗਾਈਡ ਇੱਕ ਹੌਲੋ ਕੰਡਕਟਰ ਤੋਂ ਬਣਿਆ ਹੁੰਦਾ ਹੈ, ਜਿਹਦੇ ਇੰਟਰਨਲੀ ਇੱਥੇ ਤੁਸੀਂ ਦੇਖ ਰਹੇ ਹੋ ਇਹ ਅੰਦਰੋਂ ਹੌਲੋ ਹੈ, ਔਰ ਆਊਟਸਾਈਡ ਦੇ ਉੱਪਰ ਜਿਹੜੀ ਇਹਦੀ ਇੱਕ ਵਾਲਸ ਬਣੀਆਂ ਹੁੰਦੀਆਂ ਨੇ ਜਾਂ ਬਾਉਂਡਰੀ ਬਣੀ ਹੁੰਦੀ ਹੈ, ਇਹ ਮੈਟਾਲਿਕ ਕੰਡਕਟਰ ਦੀ ਬਣੀ ਹੁੰਦੀ ਹੈ। ਇੱਧਰ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ ਇੱਕ ਰੈਕਟੈਂਗੂਲਰ ਕ੍ਰਾਸ ਸੈਕਸ਼ਨ ਦਿਖਾਇਆ ਹੋਇਆ ਹੈ, ਔਰ ਇੱਕ ਪਾਈਪ ਦਿਖਾਈ ਹੋਈ ਹੈ ਰੈਕਟੈਂਗੂਲਰ ਕ੍ਰਾਸ ਸੈਕਸ਼ਨ ਦੇ ਵਿੱਚ ਬਣੀ ਹੋਈ। ਇਹਦੀਆਂ ਵਾਲਸ ਨੇ ਜਿਹੜੀਆਂ ਇਹ ਕੰਡਕਟਿੰਗ ਮਟੀਰੀਅਲ ਤੋਂ ਬਣੀਆਂ ਹੋਈਆਂ ਨੇ, ਔਰ ਇਨਸਾਈਡ ਇੱਕ ਡਾਈ ਇਲੈਕਟ੍ਰਿਕ ਮਟੀਰੀਅਲ ਸ਼ੋ ਕੀਤਾ ਹੋਇਆ ਕਿ ਫਿਲ ਹੋਇਆ ਹੋਇਆ। ਨਾਰਮਲੀ ਇਹ ਜਿਹੜਾ ਡਾਈ ਇਲੈਕਟ੍ਰਿਕ ਮਟੀਰੀਅਲ ਇਨਸਾਈਡ ਦੇ ਵਿੱਚ ਹੁੰਦਾ ਇਹ ਏਅਰ ਹੁੰਦੀ ਹੈ। ਤੋ ਵੇਵ ਗਾਈਡ ਜਿਹੜਾ ਹੈ, ਇਹਦੇ ਤੋਂ ਜਦੋਂ ਆਪਾਂ ਵੇਵ ਗਾਈਡ ਵਰਡ ਯੂਜ਼ ਕਰਦੇ ਹਾਂ, ਇਹ ਬੇਸਿਕਲੀ ਇੱਕ ਪਾਈਪ ਦੀ ਸ਼ਕਲ ਦੇ ਵਿੱਚ ਕੰਸਟਰਕਸ਼ਨ ਹੁੰਦੀ ਹੈ। ਇਹ ਰੈਕਟੈਂਗੂਲਰ ਸ਼ੇਪ ਦੇ ਵਿੱਚ ਵੀ ਹੋ ਸਕਦੀ ਹੈ, ਸਰਕੂਲਰ ਸ਼ੇਪ ਦੇ ਵਿੱਚ ਵੀ ਹੋ ਸਕਦੀ ਹੈ, ਜਾਂ ਕਿਸੇ ਹੋਰ ਇਰਰੈਗੂਲਰ ਸ਼ੇਪ ਦੇ ਵਿੱਚ ਵੀ ਬਣੀ ਹੋ ਸਕਦੀ ਹੈ। ਤੋ ਕੰਡੀਸ਼ਨ ਕੀ ਹੈ ਕਿ ਇੱਕ ਤਾਂ ਜਿਹੜੀਆਂ ਇਹਦੀਆਂ ਵਾਲਸ ਨੇ ਉਹ ਕੰਡਕਟਿੰਗ ਮਟੀਰੀਅਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਨੇ, ਔਰ ਜਿਹੜੀ ਇਹਦੀ ਕੋਰ ਹੈ ਉਹ ਹੌਲੋ ਹੋਣੀ ਚਾਹੀਦੀ ਹੈ, ਉਹਦੇ ਅੰਦਰ ਡਾਈ ਇਲੈਕਟ੍ਰਿਕ ਮਟੀਰੀਅਲ ਹੋਣਾ ਚਾਹੀਦਾ ਸਿਰਫ। ਨਾਰਮਲੀ ਉਹ ਏਅਰ ਹੁੰਦਾ ਹੈ ਜਾਂ ਕੋਈ ਹੋਰ ਡਾਈ ਇਲੈਕਟ੍ਰਿਕ ਮਟੀਰੀਅਲ ਵੀ ਹੋ ਸਕਦਾ, ਬਟ ਬੇਸਿਕਲੀ ਏਅਰ ਨੂੰ ਹੀ ਅਸੀਂ ਐਜ਼ ਏ ਡਾਈ ਇਲੈਕਟ੍ਰਿਕ ਮਟੀਰੀਅਲ ਯੂਜ਼ ਕਰਦੇ ਹਾਂ ਵੇਵ ਗਾਈਡਸ ਦੇ ਅੰਦਰ। ਤੋ ਅਗਰ ਇਹ ਦੋ ਕੰਡੀਸ਼ਨਸ ਸੈਟਿਸਫਾਈ ਹੁੰਦੀਆਂ ਨੇ ਕਿ ਕੰਡਕਟਿੰਗ ਵਾਲਸ ਦੀ ਮਟੀਰੀਅਲ ਜਿਹੜਾ ਹੈ ਉਹ ਯੂਜ਼ ਕੀਤਾ ਗਿਆ ਕੰਡਕਟਿੰਗ ਵਾਲਸ ਦੇ ਅੰਦਰ, ਜਿਹੜਾ ਮੈਟਾਲਿਕ ਵਾਲਸ, ਔਰ ਇਨਸਾਈਡ ਕੋਰ ਜਿਹੜੀ ਹੈ ਉਹ ਏਅਰ ਦੀ ਬਣੀ ਹੋਈ ਹੈ, ਤਾਂ ਇਸ ਤਰ੍ਹਾਂ ਦੀ ਕੰਸਟਰਕਸ਼ਨ ਨੂੰ ਅਸੀਂ ਵੇਵ ਗਾਈਡ ਕਹਿ ਸਕਦੇ ਹਾਂ। ਤੋ ਇਹਦੇ ਅੰਦਰ ਕੋਈ ਵੀ ਸਪੈਸੀਫਿਕ ਕੰਡੀਸ਼ਨ ਨਹੀਂ ਹੈ ਕਿ ਕ੍ਰਾਸ ਸੈਕਸ਼ਨ ਰੈਕਟੈਂਗੂਲਰ ਹੋਵੇ ਜਾਂ ਸਰਕੂਲਰ ਹੋਵੇ, ਕਿਸੇ ਵੀ ਤਰੀਕੇ ਦਾ ਹੋ ਸਕਦਾ। ਲੇਕਿਨ ਕਿਉਂਕਿ ਅਸੀਂ ਉਹਨੂੰ ਐਨਾਲਾਈਜ਼ ਕਰਨਾ ਹੁੰਦਾ, ਉਹਦੀਆਂ ਪ੍ਰੋਪਰਟੀਜ਼ ਸਟੱਡੀ ਕਰਨੀਆਂ ਹੁੰਦੀਆਂ ਨੇ ਕਿ ਇਹਦੇ ਅੰਦਰ ਕਿਸ ਟਾਈਪ ਦੀ ਵੇਵ ਕਿਵੇਂ ਟਰੈਵਲ ਕਰੇਗੀ, ਇਸ ਲਈ ਅਸੀਂ ਕ੍ਰਾਸ ਸੈਕਸ਼ਨਸ ਨੇ ਜਿਹੜੇ ਉਹ ਸਿੰਪਲ ਰੱਖਦੇ ਹਾਂ, ਜਿਹਦੇ ਵਿੱਚ ਕੈਲਕੂਲੇਸ਼ਨਸ ਸਿੰਪਲ ਹੋਣ, ਅੰਡਰਸਟੈਂਡ ਕੀਤੀਆਂ ਜਾ ਸਕਣ। ਔਰ ਸਿੰਪਲ ਜਿਹੜੀਆਂ ਸ਼ੇਪਸ ਨੇ ਦੋ ਹੀ ਨੇ, ਇੱਕ ਰੈਕਟੈਂਗੂਲਰ ਔਰ ਇੱਕ ਸਰਕੂਲਰ। ਲੇਕਿਨ ਕਿਸੇ ਸਪੈਸ਼ਲ ਪਰਪਸ ਦੇ ਲਈ ਜਦੋਂ ਸਾਨੂੰ ਕੋਈ ਸਪੈਸ਼ਲ ਸ਼ੇਪ ਚਾਹੀਦੀ ਹੈ, ਤਾਂ ਰੈਕਟੈਂਗੂਲਰ ਜਾਂ ਸਰਕੂਲਰ ਨੂੰ ਛੱਡ ਕੇ ਉਹ ਵਾਲੀ ਪਰਟੀਕੂਲਰ ਸ਼ੇਪ ਵੀ ਯੂਜ਼ ਕੀਤੀ ਜਾਂਦੀ ਹੈ, ਬਟ ਓਨਲੀ ਫॉर ਸਪੈਸ਼ਲ ਪਰਪਸਸ। ਹੁਣ ਇੱਥੇ ਤੁਸੀਂ ਫਿਗਰ ਦੇ ਵਿੱਚ ਦੇਖ ਰਹੇ ਹੋ, ਇੱਕ ਪਾਸੇ ਰੈਕਟੈਂਗੂਲਰ ਵੇਵ ਗਾਈਡ ਹੈ ਔਰ ਇੱਕ ਪਾਸੇ ਸਰਕੂਲਰ ਵੇਵ ਗਾਈਡ ਹੈ, ਔਰ ਦੋਵਾਂ ਦੇ ਵਿੱਚ ਸਿਰਫ ਸ਼ੇਪ ਦਾ ਫਰਕ ਹੈ, ਬਾਕੀ ਕੋਈ ਚੱਕਰ ਨਹੀਂ ਹੈ। ਸਿਰਫ ਇੱਕ ਦੇ ਵਿੱਚ ਰੈਕਟੈਂਗੂਲਰ ਸ਼ੇਪ ਹੈ ਔਰ ਇੱਕ ਦੀ ਸਰਕੂਲਰ ਸ਼ੇਪ ਹੈ। ਦੋਵਾਂ ਦੀਆਂ ਵਾਲਸ ਜਿਹੜੀਆਂ ਨੇ ਉਹ ਮੈਟਾਲਿਕ ਕੰਡਕਟਰ ਦੀਆਂ ਬਣੀਆਂ ਹੋਈਆਂ ਨੇ, ਔਰ ਦੋਵਾਂ ਦੀ ਜਿਹੜੀ ਕੋਰ ਹੈ ਉਹਦੇ ਵਿੱਚ ਡਾਈ ਇਲੈਕਟ੍ਰਿਕ ਮੀਡੀਅਮ ਯੂਜ਼ ਕੀਤਾ ਗਿਆ। ਜਿਹੜੀਆਂ ਇਹਦੇ ਵਿੱਚ ਪਰਟੀਕੂਲਰਲੀ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ ਕਿ ਜਿਹੜੀਆਂ ਇਹਦੀਆਂ ਮੈਟਾਲਿਕ ਵਾਲਸ ਨੇ ਵੇਵ ਗਾਈਡ ਦੀਆਂ, ਉਹਦੇ ਅੰਦਰੋਂ ਕੋਈ ਵੀ ਕਰੰਟ ਜਾਂ ਵੋਲਟੇਜ ਜਾਂ ਕਿਸੇ ਵੀ ਤਰ੍ਹਾਂ ਦਾ ਮਾਈਕ੍ਰੋਵੇਵ ਸਿਗਨਲ ਫਲੋ ਨਹੀਂ ਕਰਦਾ। ਉਹਨਾਂ ਵਾਲਸ ਤੋਂ ਸਿਗਨਲ ਸਿਰਫ ਰਿਫਲੈਕਟ ਕਰਦਾ। ਤੋ ਮਾਈਕ੍ਰੋਵੇਵ ਜਿਹੜੀਆਂ ਨੇ ਉਹ ਇਹਦੇ ਉੱਪਰ ਮੈਟਾਲਿਕ ਵਾਲ 'ਤੇ ਸਟਰਾਈਕ ਕਰਦੀਆਂ ਨੇ ਔਰ ਰਿਫਲੈਕਟ ਹੋ ਕੇ ਦੂਸਰੀ ਡਾਇਰੈਕਸ਼ਨ 'ਚ ਚਲੇ ਜਾਂਦੀਆਂ ਨੇ। ਇਹ ਪ੍ਰੋਸੈਸ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਮਿਰਰ ਦੇ ਉੱਪਰ ਲਾਈਟ ਰੇਜ਼ ਸਟਰਾਈਕ ਕਰਨ ਔਰ ਰਿਫਲੈਕਟ ਹੋ ਕੇ ਦੂਸਰੀ ਡਾਇਰੈਕਸ਼ਨ 'ਚ ਚਲੀਆਂ ਜਾਣ। ਤੋ ਮੈਟਾਲਿਕ ਵਾਲਸ ਦਾ ਜਿਹੜਾ ਵੇਵ ਗਾਈਡ ਦੇ ਵਿੱਚ ਕੰਮ ਹੈ ਉਹ ਸਿਰਫ ਇੰਨਾ ਹੈ ਕਿ ਜੇ ਉਹਨਾਂ ਨਾਲ ਕੋਈ ਵੀ ਮਾਈਕ੍ਰੋਵੇਵਸ ਟਕਰਾਉਂਦੀਆਂ ਨੇ ਤਾਂ ਉਹਨਾਂ ਨੂੰ ਉਹ ਰਿਫਲੈਕਟ ਕਰਕੇ ਰੀਡਾਇਰੈਕਟ ਕਰ ਦਿੰਦੀਆਂ ਨੇ।
ਇਹ ਅਦਰਵਾਈਜ਼ ਇਹਨਾਂ ਦਾ ਕਰੰਟ ਜਾਂ ਵੋਲਟੇਜ ਨੂੰ ਕੈਰੀ ਕਰਨ ਦੇ ਵਿੱਚ ਕੋਈ ਰੋਲ ਨਹੀਂ ਹੈ। ਤੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਵਾਲਸ ਨੇ ਉਹ ਕਿਸ ਤਰ੍ਹਾਂ ਐਨਰਜੀ ਨੂੰ ਰੀਡਾਇਰੈਕਟ ਕਰਕੇ ਰਿਫਲੈਕਟ ਬੈਕ ਕਰਕੇ ਐਨਰਜੀ ਦੀ ਟਰਾਂਸਮਿਸ਼ਨ ਦੇ ਵਿੱਚ ਹੈਲਪ ਕਰਦੀਆਂ ਨੇ। ਤੋ ਵੇਵਗਾਈਡ ਦੇ ਇੱਕ ਪਾਸਿਓਂ ਇਲੈਕਟ੍ਰੋਮੈਗਨੈਟਿਕ ਰੇਜ਼ ਐਂਟਰ ਹੁੰਦੀਆਂ ਨੇ ਔਰ ਬਾਰ-ਬਾਰ ਰਿਫਲੈਕਟ ਹੋ ਕੇ ਦੂਸਰੇ ਪਾਸਿਓਂ ਬਾਹਰ ਨਿਕਲ ਜਾਂਦੀਆਂ ਨੇ। ਤੋ ਇਹ ਜਿਹੜੀਆਂ ਐਨਰਜੀ ਟਰਾਂਸਮਿਸ਼ਨ ਹੈ ਇਸ ਤਰ੍ਹਾਂ ਦੀ, ਇਹਦੇ ਵਿੱਚ ਜਿਹੜੀ ਮੇਨ ਚੀਜ਼ ਨੋਟ ਕਰਨ ਵਾਲੀ ਹੈ ਕਿ ਹਾਲਾਂਕਿ ਵੇਵਗਾਈਡ ਦਾ ਜਿਹੜਾ ਕੋਰ ਹੈ ਉਹ ਡਾਈ ਇਲੈਕਟ੍ਰਿਕ ਜਾਂ ਇਨਸੂਲੇਟਰ ਮਟੀਰੀਅਲ ਦਾ ਬਣਿਆ ਹੋਇਆ ਹੈ, ਲੇਕਿਨ ਐਨਰਜੀ ਸਾਰੀ ਉਸ ਡਾਈ ਇਲੈਕਟ੍ਰਿਕ ਜਾਂ ਇਨਸੂਲੇਟਰ ਮਟੀਰੀਅਲ ਦੇ ਥਰੂ ਹੀ ਟਰਾਂਸਫਰ ਹੁੰਦੀ ਹੈ। ਔਰ ਵਾਲਸ ਦੇ ਵਿੱਚੋਂ ਜਿਹੜੀਆਂ ਜੋ ਕੰਡਕਟਰ ਦੀਆਂ ਬਣੀਆਂ ਹੋਈਆਂ ਨੇ ਉਹਦੇ ਵਿੱਚੋਂ ਕੋਈ ਵੀ ਐਨਰਜੀ ਟਰਾਂਸਫਰ ਨਹੀਂ ਹੁੰਦੀ। ਅਨਲਾਈਕ ਟਰਾਂਸਮਿਸ਼ਨ ਲਾਈਨ ਜਿਹਦੇ ਵਿੱਚ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਵਾਇਰ ਹੁੰਦੀ ਹੈ ਔਰ ਸਾਰੀ ਦੀ ਸਾਰੀ ਐਨਰਜੀ ਜਿਹੜੀ ਹੈ ਕਰੰਟ ਐਂਡ ਵੋਲਟੇਜ ਦੀ ਫਾਰਮ ਦੇ ਵਿੱਚ ਉਹਨਾਂ ਵਾਇਰਸ ਜਾਂ ਕੰਡਕਟਰਸ ਦੇ ਵਿੱਚੋਂ ਦੀ ਟਰਾਂਸਫਰ ਹੁੰਦੀ ਹੈ। ਵੇਵਗਾਈਡ ਦੇ ਵਿੱਚ ਬਿਲਕੁਲ ਉਲਟਾ ਹੈ। ਇਹਦੇ ਵਿੱਚ ਜਿਹੜੇ ਕੰਡਕਟਿੰਗ ਵਾਲਸ ਨੇ ਉਹਦੇ ਥਰੂ ਕੋਈ ਐਨਰਜੀ ਟਰਾਂਸਫਰ ਨਹੀਂ ਹੁੰਦੀ, ਸਾਰੀ ਦੀ ਸਾਰੀ ਐਨਰਜੀ ਜਿਹੜੀ ਹੈ ਉਹ ਕੋਰ ਜਾਣੀ ਡਾਈ ਇਲੈਕਟ੍ਰਿਕ ਮੀਡੀਅਮ ਦੇ ਵਿੱਚੋਂ ਦੀ ਟਰਾਂਸਫਰ ਹੁੰਦੀ ਹੈ। ਦੂਸਰੀ ਚੀਜ਼ ਜਿਹੜਾ ਮੇਨ ਡਿਫਰੈਂਸ ਹੈ ਟਰਾਂਸਮਿਸ਼ਨ ਲਾਈਨਸ ਦੇ ਔਰ ਵੇਵਗਾਈਡਸ ਦੇ ਵਿੱਚ ਕਿ ਟਰਾਂਸਮਿਸ਼ਨ ਲਾਈਨ ਦੇ ਵਿੱਚ ਅਸੀਂ ਹਮੇਸ਼ਾ ਕਰੰਟ ਐਂਡ ਵੋਲਟੇਜ ਦੀ ਫਾਰਮ ਦੇ ਵਿੱਚ ਮੇਜਰਮੈਂਟਸ ਕਰਦੇ ਹਾਂ, ਲੇਕਿਨ ਵੇਵਗਾਈਡ ਦੇ ਵਿੱਚ ਕੀ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਦੀ ਮੇਜਰਮੈਂਟ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੀ ਟਰਮ ਦੇ ਵਿੱਚ ਕਰਨਾ ਹੈ, ਕਿਉਂਕਿ ਟਰਾਂਸਮਿਸ਼ਨ ਹੁੰਦੀ ਹੈ ਇਨਸੂਲੇਟਰ ਦੇ ਵਿੱਚੋਂ ਦੀ, ਡਾਈ ਇਲੈਕਟ੍ਰਿਕ ਮੀਡੀਅਮ ਦੇ ਵਿੱਚੋਂ ਦੀ। ਤੋ ਉੱਥੇ ਕਰੰਟ ਐਂਡ ਵੋਲਟੇਜ ਮੇਜਰਮੈਂਟ ਦਾ ਕੋਈ ਮੈਥਡ ਸਾਡੇ ਕੋਲ ਅਵੇਲੇਬਲ ਨਹੀਂ ਹੈ, ਨਾ ਹੀ ਕੋਈ ਇਸ ਤਰ੍ਹਾਂ ਦੀ ਚੀਜ਼ ਇਹਦੇ ਵਿੱਚ ਐਗਜ਼ਿਸਟ ਕਰਦੀ ਹੁੰਦੀ ਹੈ। ਇਹਦੇ ਵਿੱਚ ਜਿਹੜੀਆਂ ਦੋ ਪ੍ਰੋਪਰਟੀਜ਼ ਮੇਜਰੇਬਲ ਨੇ ਜਿਨ੍ਹਾਂ ਨੂੰ ਅਸੀਂ ਸਟੱਡੀ ਕਰ ਸਕਦੇ ਹਾਂ ਉਹ ਹੈ ਇਲੈਕਟ੍ਰਿਕ ਫੀਲਡ ਐਜ਼ ਵੈਲ ਐਜ਼ ਮੈਗਨੈਟਿਕ ਫੀਲਡ। ਤੋ ਇੱਥੇ ਇੱਕ ਐਗਜ਼ਾਮਪਲ ਦੇ ਵਜੋਂ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡਸ ਸ਼ੋ ਕੀਤੀਆਂ ਹੋਈਆਂ ਨੇ ਕਿ ਆਹ ਰੈੱਡ ਸਰਕਲ ਦੇ ਵਿੱਚ ਮੈਗਨੈਟਿਕ ਫੀਲਡ ਦੀ ਕੌਨਫੀਗਰੇਸ਼ਨ ਹੈ, ਬਲੂ ਲਾਈਨਸ ਜਿਹੜੀਆਂ ਨੇ ਉਹ ਇਲੈਕਟ੍ਰਿਕ ਫੀਲਡ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ। ਤੋ ਇੱਕ ਇਸ ਤਰ੍ਹਾਂ ਦੀ ਕੌਨਫੀਗਰੇਸ਼ਨ ਸ਼ੋ ਕੀਤੀ ਹੋਈ ਹੈ ਐਗਜ਼ਾਮਪਲ ਲਈ, ਇੱਕ ਇਸ ਤਰ੍ਹਾਂ ਦੀ ਕੌਨਫੀਗਰੇਸ਼ਨ ਸ਼ੋ ਕੀਤੀ ਹੋਈ ਹੈ ਐਗਜ਼ਾਮਪਲ ਲਈ। ਇਹ ਦੋਨੋਂ ਤਰ੍ਹਾਂ ਦੀਆਂ ਕੌਨਫੀਗਰੇਸ਼ਨ ਆਪਾਂ ਫਰਦਰ ਨੈਕਸਟ ਸਲਾਈਡਸ ਦੇ ਵਿੱਚ ਸਟੱਡੀ ਵੀ ਕਰਾਂਗੇ, ਲੇਕਿਨ ਫਿਲਹਾਲ ਇਹ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੇ ਤੌਰ ਤੇ ਇੱਥੇ ਸ਼ੋ ਕੀਤੀ ਜਾ ਰਹੀ ਹੈ ਅੰਡਰਸਟੈਂਡਿੰਗ ਪਰਪਸ ਦੇ ਲਈ ਕਿ ਕਿਸ ਤਰ੍ਹਾਂ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਦੀ ਕੌਨਫੀਗਰੇਸ਼ਨਸ ਵੇਵਗਾਈਡ ਦੇ ਅੰਦਰ ਹੁੰਦੀ ਹੈ ਔਰ ਐਨਰਜੀ ਕਿਸ ਤਰ੍ਹਾਂ ਵੇਵਗਾਈਡ ਦੇ ਅੰਦਰ ਸਪਰੈਡ ਆਊਟ ਹੋਈ ਹੋਈ ਹੈ। ਹੁਣ ਬੇਸਿਕਲੀ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਸਟੱਡੀ ਕਰੀਏ, ਲੈਟ ਅਸ ਸੀ ਕਿ ਵੇਵਗਾਈਡਸ ਦੇ ਵਿੱਚ ਐਡਵਾਂਟੇਜਸ ਕੀ ਨੇ। ਸਭ ਤੋਂ ਪਹਿਲਾਂ ਤਾਂ ਇਹ ਮੈਨੂਫੈਕਚਰ ਕਰਨਾ ਈਜ਼ੀ ਹੈ, ਕਿਉਂਕਿ ਕੋਐਕਸੀਅਲ ਕੇਬਲ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਪਹਿਲਾਂ ਇਨਰ ਕੋਰ ਹੁੰਦੀ ਹੈ, ਉਹਦੇ ਦੁਆਲੇ ਫਿਰ ਅਸੀਂ ਸ਼ੀਲਡ ਲਗਾਉਂਦੇ ਹਾਂ, ਤਾਂ ਉਹਦੀ ਜਿਹੜੀ ਕੰਸਟਰਕਸ਼ਨ ਹੈ ਉਹ ਮੋਰ ਦੈਨ ਵਨ ਲੇਅਰ ਦੇ ਵਿੱਚ ਬਣੀ ਹੁੰਦੀ ਹੈ, ਜਿਹਦੇ ਵਿੱਚ ਇੰਟਰਨਲ ਕੋਰ ਦੇ ਵਿੱਚ ਕੰਡਕਟਰ ਆਉਂਦਾ ਹੈ, ਫਿਰ ਇਨਸੂਲੇਸ਼ਨ ਲੇਅਰਸ ਆਉਂਦੀਆਂ ਨੇ, ਸ਼ੀਲਡ ਆਉਂਦੀ ਹੈ ਤੇ ਆਊਟਰ ਲੇਅਰ ਆਉਂਦੀ ਹੈ। ਤਾਂ ਉਹਦੀ ਕੰਸਟਰਕਸ਼ਨ ਮੱਚ ਡਿਫਿਕਲਟ ਹੈ, ਲੇਕਿਨ ਵੇਵਗਾਈਡ ਦੇ ਵਿੱਚ ਕੋਈ ਲੇਅਰਸ ਨਹੀਂ ਹੈ, ਸਿਰਫ ਇੱਕ ਆਊਟਰ ਕੰਡਕਟਿੰਗ ਵਾਲਸ ਤੁਸੀਂ ਬਣਾਉਣੀਆਂ ਹੁੰਦੀਆਂ ਨੇ, ਇਨਸਾਈਡ ਕੋਈ ਵੀ ਉਹਦੇ ਕੰਡਕਟਰ ਨਹੀਂ ਪਾਉਣਾ ਹੁੰਦਾ ਆਪਾਂ। ਤੋ ਕਿਉਂਕਿ ਹੁਣ ਟਰਾਂਸਮਿਸ਼ਨ ਲਾਈਨ ਜਿਹੜੀਆਂ ਨੇ ਦੋ ਆਪੋਜ਼ਿਟ ਪੋਲੈਰਿਟੀ ਦੀ ਵਾਇਰਸ ਨਾਲ ਬਣੀਆਂ ਹੁੰਦੀਆਂ ਨੇ, ਤਾਂ ਉੱਥੇ ਸ਼ਾਰਟ ਸਰਕਟ ਐਂਡ ਫਲੈਸ਼ ਪੁਆਇੰਟ ਹੋਣ ਦੇ ਚਾਂਸਸ ਜਿਹੜੇ ਨੇ ਉਹ ਜ਼ਿਆਦਾ ਨੇ। ਵੇਵਗਾਈਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਚੱਕਰ ਨਹੀਂ ਹੁੰਦਾ ਕਿ ਅਲੱਗ-ਅਲੱਗ ਪੋਲੈਰਿਟੀ ਦੀਆਂ ਲਾਈਨਸ ਹੋਣ। ਤੋ ਇਹਦੇ ਵਿੱਚ ਜਿਹੜੀ ਹੈ ਕਿਸੇ ਵੀ ਤਰ੍ਹਾਂ ਦਾ ਫਲੈਸ਼ ਜਾਂ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਨਹੀਂ ਹੈ। ਤੋ ਇਸ ਕਰਕੇ ਜਿਹੜੀ ਇਹਨਾਂ ਦੀ ਪਾਵਰ ਹੈਂਡਲਿੰਗ ਕਪੈਸਿਟੀ ਹੈ ਵੇਵਗਾਈਡਸ ਦੀ ਉਹ ਆਲਮੋਸਟ 10 ਟਾਈਮਸ ਹੈ ਕੋਐਕਸੀਅਲ ਕੇਬਲਸ ਦੇ ਨਾਲ। ਤੋ ਇਹਦੀ ਜਿਹੜੀ ਫਰੀਕੁਐਂਸੀ ਹੈਂਡਲਿੰਗ ਕਪੈਸਿਟੀ ਵੀ ਹੈ ਵੇਵਗਾਈਡਸ ਦੀ ਉਹ ਵੀ ਕੋਐਕਸੀਅਲ ਕੇਬਲ ਨਾਲੋਂ ਕਾਫੀ ਜ਼ਿਆਦਾ ਹੈ। ਤੋ ਇਹ ਅਪ ਟੂ 18 ਗੀਗਾਹਰਟਜ਼ ਅਪਰੋਕਸੀਮੇਟਲੀ ਫਰੀਕੁਐਂਸੀ ਜਿਹੜੀ ਹੈ ਉਹ ਹੈਂਡਲ ਕਰ ਸਕਦੀ ਹੈ। ਤੋ ਇਹ ਇਹਦੇ ਐਡਵਾਂਟੇਜਸ ਨੇ ਵੇਵਗਾਈਡਸ ਦੇ ਐਜ਼ ਕੰਪੇਅਰਡ ਟੂ ਕੋਐਕਸੀਅਲ ਕੇਬਲਸ ਜਾਂ ਅਦਰ ਟਰਾਂਸਮਿਸ਼ਨ ਲਾਈਨਸ ਕਿ ਇਹਨਾਂ ਦੀ ਪਾਵਰ ਹੈਂਡਲਿੰਗ ਕਪੈਸਿਟੀ ਵੀ ਜ਼ਿਆਦਾ ਹੈ ਔਰ ਜਿਹੜੀ ਇਹਨਾਂ ਦੀ ਹਾਈ ਫਰੀਕੁਐਂਸੀਜ਼ ਨੂੰ ਹੈਂਡਲ ਕਰਨ ਦੀ ਕਪੈਸਿਟੀ ਹੈ ਉਹ ਵੀ
ਨੋਰਮਲ ਟਰਾਂਸਮਿਸ਼ਨ ਲਾਈਨਸ ਤੋਂ ਕਿਤੇ ਜ਼ਿਆਦਾ ਹੈ। ਹੁਣ ਨੈਕਸਟ ਜਿਹੜਾ ਪੁਆਇੰਟ ਹੈ ਉਹ ਇਹਨਾਂ ਦੀਆਂ ਪ੍ਰੋਪਰਟੀਜ਼ ਸਟੱਡੀ ਕਰਨ ਤੋਂ ਪਹਿਲਾਂ ਉਹ ਹੈ ਵੀ ਇੱਕ ਅਸੀਂ ਬ੍ਰੌਡ ਲੁੱਕ ਲੈ ਲਈਏ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਕੀ ਚੀਜ਼ ਹੁੰਦੀਆਂ ਨੇ, ਕਿਉਂਕਿ ਮਾਈਕ੍ਰੋਵੇਵਸ ਨੇ ਜਿਹੜੀਆਂ ਉਹ ਇਲੈਕਟ੍ਰੋਮੈਗਨੈਟਿਕ ਵੇਵਸ ਨੇ। तो इलैक्ट्रोमैग्नेटिक वेव या माइक्रोवेव्स की चीज़ होंदी है और ये की कंपोनेंट्स ने वो तो आप निगाह मार लें। बेसिकली इलैक्ट्रोमैगनैटिक वेव जिहड़ा नाम है इनू तुसी अगर चंगी तरह स्प्लिट अप करके देखो तो एक इहदे विच वर्ड आउंदा इलैक्ट्रो, एक आउंदा मैगनैटिक। दैट मीनस इस तरह दियां वेव्स ने जिन्हां दे विच इलैक्ट्रिक फील्ड एंड मैगनैटिक फील्ड एसोसीएटड होंदी है। तो कोई भी इस तरह की वेव जिहदे नाल इलैक्ट्रिक एंड मैगनैटिक फील्ड एसोसीएटड होवे उहनूं असीं इलैक्ट्रोमैगनैटिक वेव कहने आ। और इहदे नाल एक होर इहदा सब कंपोनेंट आ जाता है ट्रांसवर्स इलैक्ट्रोमैगनैटिक वेव्स यानी TEM वेव्स, जिन्हां नूं असीं शॉर्ट च TEM वेव कहने आ। तो TEM वेव दे विच इलैक्ट्रोमैगनैटिक वेव तो आपां नूं पता है कि इलैक्ट्रिक एंड मैगनैटिक फील्ड दे नाल बनी हुई वेव जिहड़ी आ वो इलैक्ट्रोमैगनैटिक वेव है। ट्रांसफर इज़ बेसिकली जो ट्रांसवर्स वर्ड है, ट्रांसवर्स वर्ड का मतलब होंदा एट 90 डिग्रीज। तो इलैक्ट्रोमैगनैटिक वेव्स एक इस तरह दी वेव्स ने कि जिन्हां दे विच तीन कंपोनेंट, एक इलैक्ट्रिक फील्ड, एक मैगनैटिक फील्ड और एक वेव दी डायरैक्शन ऑफ प्रोपेगेशन, ये तीनों एक दूजे नूं म्यूचुअली परपेंडिकुलर होंदियां ने। इलैक्ट्रिक फील्ड, मैगनैटिक फील्ड एंड डायरैक्शन ऑफ प्रोपेगेशन ऑफ वेव, ये तीनों चीज़ां एक दूजे नूं म्यूचुअली परपेंडिकुलर होंदियां ने। तो जिहड़ी भी वेव इस कंडीशन नूं सैटिस्फाई करती है कि उहदी इलैक्ट्रिक फील्ड, मैगनैटिक फील्ड और डायरैक्शन ऑफ प्रोपेगेशन एक दूजे नूं 90 डिग्री ते होण, तीनों चीज़ां, उहनूं असीं ट्रांसवर्स इलैक्ट्रोमैगनैटिक वेव जां TEM वेव कहने आ। इस फरदर एक सिमुलेशन तो तुसीं आसानी नाल समझ सकते हो। देखो इस पिक्चर दे विच की है भी एक Z एक्सिस है, एक X एक्सिस है और एक Y एक्सिस है। Z एक्सिस के अलॉन्ग E वैक्टर आता है। E वैक्टर जिहड़ा है वो मैक्सीमम हो गया अलॉन्ग Z एक्सिस है, फिर 0 होके नैगेटिव हो गया, नैगेटिव तो फिर 0 होया तो पॉजिटिव, इस तरह पॉजिटिव 0 नैगेटिव, नैगेटिव 0 पॉजिटिव, इस तरह साइकिल दे विच इलैक्ट्रिक वैक्टर है जिहड़ा अलॉन्ग पॉजिटिव एंड नैगेटिव Z एक्सिस ग्रो होंदा रहिंदा है। सिमिलरली जिहड़ा ब्लू कलर दे विच तुसीं देख रहे हो ये मैगनैटिक फील्ड है, ये पॉजिटिव X एक्सिस और नैगेटिव X एक्सिस के अलॉन्ग पॉजिटिव एंड हाफ साइकिल दे विच डिवेलप होंदा है। लेकिन अगर तुसी वेव की डायरैक्शन देखो, जिवें अगर तुसी इलैक्ट्रिक वैक्टर की रैड हाफ साइकिल के उपर कंसनट्रेट करो तो कंटीन्यूसली पॉजिटिव Y एक्सिस के वल नूं मूव करता जा रहा है। तो ओरीएंटेशन E वैक्टर की Z एक्सिस के अलॉन्ग है, B वैक्टर की X एक्सिस के अलॉन्ग है, लेकिन इन्हां दी जिहड़ी मूवमेंट है टाइम वाइज जिहड़ी शिफ्ट है वो अलॉन्ग Y एक्सिस है। तो इत्थों तुसी एक कंकलूजन ईजीली कढ़ सकते हो कि ये जिहड़ा ट्रांसवर्स इलैक्ट्रोमैगनैटिक वेव है इहदे विच ये तीनों कंपोनेंट्स एक दूजे के प्रति 90 डिग्री ते ने। हुण ट्रांसवर्स इलैक्ट्रोमैगनैटिक के दो सब कंपोनेंट ने, एक हैगी है ट्रांसवर्स इलैक्ट्रिक वेव, एक हैगी है ट्रांसवर्स मैगनैटिक वेव। ट्रांसवर्स इलैक्ट्रिक यानी जिहदे विच सिर्फ इलैक्ट्रिक वैक्टर जिहड़ा है वो डायरैक्शन ऑफ प्रोपेगेशन के 90 डिग्री ते हुंदा है, मैगनैटिक वैक्टर जिहड़ा वो 90 डिग्री ते नहीं हुंदा। हुण अगर तुसीं इस कॉन्फिगरेशन नूं ध्यान नाल देखो तो डायरैक्शन ऑफ प्रोपेगेशन जिहड़ी वेव दी है वो हैगी है वेव गाइड के एक्सिस के अलॉन्ग, इस पॉइंट तो इस पॉइंट वालों इधर नूं, और E वैक्टर जिहड़ा है वो वर्टिकल है, डायरैक्शन ऑफ प्रोपेगेशन हैगी है हॉरिजॉन्टल। तो ये E वैक्टर जिहड़ा है वो एट 90 डिग्री है, ब्लू कलर वाला। तो इस करके ये ट्रांसवर्स इलैक्ट्रिक हो गई। हुण की ये ट्रांसवर्स मैगनैटिक फील्ड भी ट्रांसवर्स है नहीं है, क्योंकि इत्थे तुसीं कंसनट्रेट करके देखो ये हॉरिजॉन्टल डायरैक्शन च अलॉन्ग द एक्सिस आ वाला कंपोनेंट मैगनैटिक फील्ड का हैगा। तो दिस इज़ पैरेलल टू डायरैक्शन ऑफ प्रोपेगेशन। तो मैगनैटिक फील्ड जिहड़ा इस पिक्चर दे विच वो डायरैक्शन ऑफ प्रोपेगेशन दे 90 डिग्री ते नहीं है।
तो इस करके ये सिर्फ ट्रांसवर्स इलैक्ट्रिक वेव है, यानी TE वेव। इनू असी H वेव भी कह दें, लेकिन H वेव जिहड़ा नोमीकलेचर है ये सिर्फ UK और यूरोप दे विच यूज़ किया जाता है। अमेरिकन सिस्टम दे विच इनू TE वेव कहते हैं, और असी भी जिहड़ा इत्थे नोमीकलेचर यूज़ करते हैं वो TE वेव है। सैकेंड कंपोनेंट आ जाता जी TM वेव। TM वेव दे विच जिहड़ा सिर्फ मैगनैटिक वैक्टर परपेंडिकुलर है डायरैक्शन ऑफ प्रोपेगेशन दे, और इलैक्ट्रिक वैक्टर जिहड़ा डायरैक्शन ऑफ प्रोपेगेशन ऑफ वेव दे परपेंडिकुलर नहीं है। जिवें तुसी पिक्चर दे विच देखोगे कि डायरैक्शन ऑफ प्रोपेगेशन ऑफ वेव जिहड़ी है दैट इज़ अलोंग द एक्सिस ऑफ द वेव गाइड, और इहदे विच देखो मैगनैटिक फील्ड है जिहड़ा ये वर्टिकल डायरैक्शन दे विच है। रैड सर्कल दे अगर तुसी कंसनट्रेट करो ये वर्टिकल प्लेन दे विच है। डायरैक्शन ऑफ प्रोपेगेशन अलोंग हॉरिजॉन्टल प्लेन है, तो मैगनैटिक फील्ड 90 डिग्री ते है। लेकिन इलैक्ट्रिक फील्ड E जिहड़ा ये भी हॉरिजॉन्टल डायरैक्शन दे विच है, दैट इज़ इट इज़ पैरेलल टू डायरैक्शन ऑफ प्रोपेगेशन। तो ये वेव है जिहड़ी ये ट्रांसवर्स मैगनैटिक वेव है। तो इनू असी सम जिहड़ा UK एंड यूरोपियन सिस्टम है इनू E वेव कहते हैं। अमेरिकन सिस्टम च इन्हों TM वेव ट्रांसवर्स मैगनैटिक वेव कहा जाता है। तो असी भी इत्थे जिहड़ी इहदी नोमीकलेचर यूज़ करांगे दैट इज़ TM वेव। ये उही नोमीकलेशन के उपर नोट है कि अमेरिकन सिस्टम के इनू ट्रांसवर्स इलैक्ट्रिक एंड ट्रांसवर्स मैगनैटिक वेव कहा जाता है, जो कि ब्रिटिश एंड यूरोपियन सिस्टम के नोमीकलेचर है दैट इज़ H वेव फॉर ट्रांसवर्स इलैक्ट्रिक एंड E वेव फॉर ट्रांसवर्स मैगनैटिक वेव्स यूज़ किया जाता है। नाउ सैकेंड जिहड़ा आस्पैक्ट आपां कंसनट्रेट करना है दैट इज़ प्रोपेगेशन ऑफ वेव इनसाइड वेव गाइड। जदों एक TEM वेव वेव गाइड के अंदर एंटर कर जाती है तो वो बिहेवियर च की तब्दीली आती है। हुण तुसीं देखोगे कि फ्री स्पेस दे विच जिहड़ियां माइक्रोवेव्स ने वो TEM वेव्स ने, यानी वो इलैक्ट्रिक मैगनैटिक एंड डायरैक्शन ऑफ प्रोपेगेशन एक दूजे के 90 डिग्री ते हुंदा है। लेकिन जदों वो वेव जिहड़ी है वेव गाइड के अंदर एंटर कर जाती है वो मल्टीपल रिफ्लैक्शनस दे नाल जिग-जैग फैशन च जिहड़ी है अगे वधदी है, और वो जी एपरेंट डायरैक्शन ऑफ प्रोपेगेशन है वो अलोंग हॉरिजॉन्टल डायरैक्शन रहिंदी है। तो इस करके अगर तुसीं हुण ध्यान नाल देखोगे इस दे विच मैगनैटिक वैक्टर है जिहड़ा वो परपेंडिकुलर टू स्क्रीन है। दैट मीनस मैगनैटिक वैक्टर हले भी डायरैक्शन ऑफ प्रोपेगेशन के परपेंडिकुलर है, लेकिन E वैक्टर जिहड़ा डायरैक्शन ऑफ प्रोपेगेशन के परपेंडिकुलर नहीं है, क्योंकि ये इन प्लेन ऑफ स्क्रीन है और इसका एंगल जिहड़ा है वो डायरैक्शन ऑफ प्रोपेगेशन नाल 90 डिग्री ते नहीं है। तो जिद्दां ही ये वेव गाइड च एंटर की ये TEM वेव नहीं रही बल्कि ट्रांसवर्स मैगनैटिक वेव बन गई। सैकेंड जिहड़ा इहदी ऑप्शन हो सकती है वो ये है कि जिहदे विच इलैक्ट्रिक वैक्टर है जिहड़ा वो प्लेन के परपेंडिकुलर है, मैगनैटिक वैक्टर है जिहड़ा वो स्क्रीन के पैरेलल है। और इस केस दे विच मैगनैटिक वैक्टर 90 डिग्री ते नहीं रहेगा बल्कि इलैक्ट्रिक वैक्टर जिहड़ा वो स्क्रीन ते 90 डिग्री ते है डायरैक्शन ऑफ प्रोपेगेशन दे नाल। तो इस तरह की वेव जिहड़ी है ये की बन गई ट्रांसवर्स इलैक्ट्रिक वेव। तो ये तो असीं ये कनकलूड कर सकते हैं कि जदों भी कोई TEM वेव गाइड दे विच एंटर करती है तो वो या तो TE वेव च कन्वर्ट हो जाती है या वो TM वेव दे विच कन्वर्ट हो जाती है। तो ये क्वेश्चन थोड़े एग्जाम च आ सकता है कि जी TEM वेव है ये वेव गाइड के अंदर ट्रैवल क्यों नहीं कर सकती। तो इनू आपां ये दोनों फिगर्स के नाल जिहड़ी पिछली स्लाइड च देखी सी और इस स्लाइड दे विच देखी है इन्हां दोनों नू कंबाइन करके एक्सप्लेन कर सकते हैं कि जदों TEM वेव गाइड के अंदर एंटर करती है तो वो अपनी करैक्टरिस्टिक चेंज करके या तो TE वेव बन जाती है या TM वेव बन जाती है। तो ये उहदी थ्योरी है कि क्यों एक जिहड़ी TEM वेव है वो TE और TM वेव दे विच कन्वर्ट हो जाती है। ये क्लास नोट्स मैं एक वक्री PDF शेयर कराँगा, उहदे उपर भी ये चीज़ां एक्सप्लेन कीतियां होईयां ने, उत्थों तुसीं उस वाली फाइल तो PDF तो अपनी असाइनमेंट्स तैयार कर लैनी है, नोट्स जिहड़े ने उतार लैणे। हुण
ਸੈਕੰਡ ਚੀਜ਼ ਆ ਜਾਂਦੀ ਹੈ ਕਿ ਇਹ ਕਿਸ ਫਾਰਮ ਦੇ ਵਿੱਚ ਜਿਹੜੀ ਕੀ ਪ੍ਰੀ ਕੰਡੀਸ਼ਨ ਹੈ ਜਿਹਦੇ ਨਾਲ ਉਹ ਵੇਵ ਹੈ ਜਿਹੜੀ ਉਹ ਵੇਵਗਾਈਡ ਦੇ ਵਿੱਚੋਂ ਟਰੈਵਲ ਕਰ ਸਕੇ। ਆਪਾਂ ਜਾਣਦੇ ਹਾਂ ਜੇ ਇੱਕ ਇਸ ਵੇਵਗਾਈਡ ਦੇ ਉੱਪਰ ਆਪਾਂ ਕੰਸਨਟਰੇਟ ਕਰੀਏ ਤਾਂ ਸਾਨੂੰ ਪਤਾ ਹੈ ਕਿ ਇਹਦੀਆਂ ਜਿਹੜੀਆਂ ਚਾਰੋਂ ਵਾਲਸ ਨੇ ਉਹ ਕੰਡਕਟਿੰਗ ਮਟੀਰੀਅਲ ਦੀਆਂ ਬਣੀਆਂ ਹੋਈਆਂ ਨੇ, ਔਰ ਇਨਸਾਈਡ ਜਿਹੜੇ ਮੈਂ ਅਪਵਰਡ ਐਰੋ ਸ਼ੋ ਕੀਤੇ ਹੋਏ ਨੇ ਇਹ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਸ਼ੋ ਕਰਦੇ ਨੇ। ਜਿੱਥੇ ਐਰੋਜ਼ ਦੀ ਡੈਂਸਿਟੀ ਜ਼ਿਆਦਾ ਹੈ ਉੱਥੇ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਜ਼ਿਆਦਾ ਹੈ। ਜਿੱਦਾਂ ਜਿੱਦਾਂ ਐਰੋਜ਼ ਦੀ ਡੈਂਸਿਟੀ ਘਟਦੀ ਜਾਂਦੀ ਹੈ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਓਨੀ ਹੀ ਘਟਦੀ ਜਾ ਰਹੀ ਹੈ। ਤੋ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਬਈ ਜਿਹੜੀ ਇਲੈਕਟ੍ਰਿਕ ਫੀਲਡ ਹੈ ਇਸ ਫਿਗਰ ਦੇ ਵਿੱਚ ਉਹ ਸੈਂਟਰ 'ਤੇ ਮੈਕਸੀਮਮ ਹੈ ਔਰ ਸਾਈਡ 'ਤੇ ਜਾਂਦਿਆਂ ਨੂੰ ਘਟਦੀ ਜਾਂਦੀ ਹੈ। ਇਹ ਬੇਸਿਕਲੀ ਇਹਦਾ ਰੀਜ਼ਨ ਇਹ ਹੈ ਕਿ ਅਗਰ ਵਾਲ ਜਿੱਥੇ ਵਾਲ ਹੈਗੀ ਹੈ, ਕਿਉਂਕਿ ਵਾਲ ਜਿਹੜੀ ਹੈ ਕੰਡਕਟਰ ਦੀ ਬਣੀ ਹੋਈ ਹੈ, ਅਗਰ ਇਸ ਜਗ੍ਹਾ 'ਤੇ ਇਲੈਕਟ੍ਰਿਕ ਫੀਲਡ ਨਾਨ ਜ਼ੀਰੋ ਹੋਈ ਤਾਂ ਵਾਲ ਦੇ ਨਾਲ ਸ਼ਾਰਟ ਸਰਕਟ ਕਰੇਗੀ ਔਰ ਸਿਗਨਲ ਅਟੈਨੂਏਟ ਹੋਏਗਾ। ਤੋ ਪਹਿਲੀ ਜਿਹੜੀ ਕੰਡੀਸ਼ਨ ਹੈ ਔਰ ਫੋਰਮੋਸਟ ਕੰਡੀਸ਼ਨ ਹੈ ਉਹ ਇਹ ਹੈ ਕਿ ਵੇਵਗਾਈਡ ਦੇ ਵਿੱਚ ਸਿਰਫ ਉਹੀ ਵੇਵ ਟਰੈਵਲ ਕਰੇਗੀ ਜਿਸ ਦੇ ਵਿੱਚ ਵਾਲਸ ਦੇ ਨੇੜੇ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਜ਼ੀਰੋ ਹੋਵੇ। ਜਿਸ ਤਰ੍ਹਾਂ ਆ ਮੈਂ ਇੱਕ ਹਾਫ ਸਾਈਕਲ ਦਿਖਾਇਆ ਹੈ ਵੇਵ ਦਾ, ਇਸ ਹਾਫ ਸਾਈਕਲ ਦੇ ਵਿੱਚ ਕੀ ਹੈ ਕਿ ਇਲੈਕਟ੍ਰਿਕ ਫੀਲਡ ਦੀ ਸਟਰੈਂਥ ਸੈਂਟਰ ਦੇ ਵਿੱਚ ਮੈਕਸੀਮਮ ਹੈ ਔਰ ਵਾਲ ਦੇ ਉੱਤੇ ਜ਼ੀਰੋ ਹੈ। ਦੈਟ ਮੀਨਸ ਜਿਹੜੀ ਬ੍ਰੌਡ ਡਾਇਮੈਂਸ਼ਨ ਹੈ ਇਹ ਐਗਜ਼ੈਕਟਲੀ λ/2 ਨੂੰ ਫਿੱਟ ਬੈਠਦੀ ਹੈ ਕਿ ਜਿੱਥੇ ਵੇਵ ਦੀ ਜ਼ੀਰੋ ਆਉਂਦੀ ਹੈ ਉੱਥੇ ਅਸੀਂ ਵਾਲ ਪਲੇਸ ਕੀਤੀ ਹੋਈ ਹੈ। ਜਿੱਥੇ ਮੈਕਸੀਮਮ ਹੈ ਉਹ ਵੇਵਗਾਈਡ ਦਾ ਸੈਂਟਰ ਹੈ, ਉੱਥੇ ਕੋਈ ਵਾਲ ਨਹੀਂ ਹੈ। ਤੋ ਇਹ ਈ ਵੈਕਟਰ ਜਿਹੜਾ ਹੈ ਸ਼ਾਰਟ ਨਹੀਂ ਹੋਏਗਾ। तो ये वाली पर्टिकुलर वेवगाइड च सस्टेन करेगी। सिमिलरली सैकेंड एग्जाम्पल तुसी कंसिडर करो, इत्थे एक फुल वेव शो की हुई है लेकिन जिथे भी जीरो आंदा वेव का उत्थे आपां वॉल सैकेंड प्लेस करती। सिमिलरली इत्थे 3 हाफ साइकल्स आए हुए हैं और जिथे नैक्सट 3 हाफ साइकल तो बाद जीरो आई उत्थे असी वेवगाइड का वॉल प्लेस करती। तो इतों आप एक जनरल कंक्लूजन कढ़ सकते हैं कि जेकर वेवगाइड की विड्थ λ/2 2 λ/2 या 3 λ/2 या एंड सो ऑन होवे तो वो पर्टिकुलर वेव्स जिहड़ियां ने वो वेवगाइड के अंदर एग्जिस्ट करनगियां। यानी असीं ये कह सकते हैं कि जिहड़ी वेवगाइड की विड्थ है ये λ/2 की इंटीजर मल्टीपल होनी चाहिए है, या हाफ वेवलेंथ या फुल वेवलेंथ या 3/2 वेवलेंथ ट्वाइस द वेवलेंथ एंड सो ऑन। तो ये कंडीशन जिहड़ी है ये हमेशा सैटिस्फाई होनी चाहिए है। डोमीनेंट मोड जिहड़ा एक नोमीकलेचर आंदा है ये वो मोड है जिहड़ा कि वेवगाइड का नैचुरल मोड है। ये बेसिकली सब तो लोएस्ट पॉसीबल फ्रीकुएंसी होंदी है जिहड़ी वेवगाइड दे विच प्रोपेगेट कर सकती है। तो इनू असी बेसिकली ट्रांसवर्स इलैक्ट्रिक एंड ट्रांसवर्स मैगनैटिक फील्ड्स ने जिहड़ियां ये अलग अलग कॉन्फिगरेशनस दे विच ट्रैवल करदियां ने। जिवें तुसीं इत्थे देख सकते हो, इत्थे एक हाफ साइकिल आया, इत्थे 2 हाफ साइकिल आ गए, इत्थे 3 हाफ साइकिल आ गए। हुण किहड़ी वेव दा किस डायरैक्शन च किन्ने हाफ साइकिल ने ये असी मोड दे नाल सबस्क्रिप्ट दे विच डिनोट करते हैं। जिवें तुसीं इत्थे देख सकते हो M एंड N। असी की करते हैं कि M जिहड़ा असी दसदे हैं कि हॉरिजेंटल डायरैक्शन च किन्ने हाफ साइकिल आए, N जिहड़ी सबस्क्रिप्ट है वो दसदी है वर्टिकल डायरैक्शन च किन्ने हाफ साइकिल आए। तो TEMN है जिहड़ा वो दसदा है कि ट्रांसवर्स इलैक्ट्रिक वेव है। M दसदा है हॉरिजेंटल डायरैक्शन च किन्ने हाफ साइकिल आए, N दसदा है वर्टिकल डायरैक्शन च किन्ने हाफ साइकिल आए। सिमिलरली TM दसदी है कि ट्रांसवर्स मैगनैटिक वेव है और M डायरैक्शन च मैगनैटिक वेव दे किन्ने हाफ साइकिल आए, N डायरैक्शन च मैगनैटिक वेव दे किन्ने हाफ साइकिल आए। इनू तुसीं इस तरह समझ सकते हो कि एक पिक्चर दे विच मैं मैगनैटिक फील्ड का सर्कल दिखाया होया है, ये ट्रांसवर्स मैगनैटिक वेव है। एक दे विच मैं इलैक्ट्रिक फील्ड कॉन्फिगरेशन दिखाई हुई है जिहदे जिहड़ी कि ट्रांसवर्स इलैक्ट्रिक मोड है।
ਹੁਣ ਇਹਦੇ ਵਿੱਚ ਅਸੀਂ ਜਿਹੜਾ m ਹੈ ਉਹ ਦੱਸਦੇ ਹਾਂ ਵਿਡਥ ਅਸੀਂ ਸ਼ੋ ਕਰਦੇ ਹਾਂ a ਲੈਟਰ ਦੇ ਨਾਲ, ਸਮਾਲ a ਦੇ ਨਾਲ। ਹਾਈਟ ਹੈ ਜਿਹੜੀ ਵੇਵਗਾਈਡ ਦੀ ਉਹਨੂੰ ਅਸੀਂ ਸ਼ੋ ਕਰਦੇ ਹਾਂ ਲੈਟਰ b ਦੇ ਨਾਲ। ਤਾਂ ਇਹਦੇ ਵਿੱਚ m ਜਿਹੜਾ ਹੈ ਉਹ ਸ਼ੋ ਕਰਦਾ ਕਿ a ਡਾਇਰੈਕਸ਼ਨ ਯਾਨੀ ਵਿਡਥ ਦੇ ਅਲੋਂਗ ਕਿੰਨੇ ਹਾਫ ਸਾਈਕਲ ਆਏ, b ਸ਼ੋ ਕਰਦਾ ਕਿ ਹਾਈਟ ਦੇ ਅਲੋਂਗ ਕਿੰਨੇ ਹਾਫ ਸਾਈਕਲ ਆਏ। ਅਗਰ TM ਵੇਵ ਦੇਖਣੀ ਹੈ ਤਾਂ ਅਸੀਂ ਕਹਾਂਗੇ ਕਿ ਮੈਗਨੈਟਿਕ ਫੀਲਡ ਹੈ ਜਿਹੜੀ ਉਹਦੇ ਹਾਫ ਸਾਈਕਲ ਇੱਧਰ ਨੂੰ ਕਿੰਨੇ ਆਏ ਔਰ ਮੈਗਨੈਟਿਕ ਵੇਵ ਦੇ ਹਾਫ ਸਾਈਕਲ ਵਰਟੀਕਲ ਡਾਇਰੈਕਸ਼ਨ 'ਚ ਕਿੰਨੇ ਆਏ। ਇਸੇ ਤਰ੍ਹਾਂ ਇਲੈਕਟ੍ਰਿਕ ਵੈਕਟਰ ਦੇ ਵਿੱਚ, ਟਰਾਂਸਵਰਸ ਇਲੈਕਟ੍ਰਿਕ ਦੇ ਵਿੱਚ ਇਲੈਕਟ੍ਰਿਕ ਵੈਕਟਰ ਦੇ ਅਸੀਂ ਹਾਫ ਸਾਈਕਲ ਦੇਖਾਂਗੇ ਕਿ ਅਲੋਂਗ ਡਾਇਰੈਕਸ਼ਨ A ਕਿੰਨੇ ਹਾਫ ਸਾਈਕਲ ਆਏ, ਅਲੋਂਗ ਡਾਇਰੈਕਸ਼ਨ B ਕਿੰਨੇ ਹਾਫ ਸਾਈਕਲ ਆਏ। ਤੋ ਇਸ ਚੀਜ਼ ਨੂੰ ਜ਼ਿਆਦਾ ਸਮਝਣ ਦੇ ਲਈ ਇੱਥੇ ਆਪਾਂ ਇੱਕ TE10 ਮੋਡ ਲਿਆ, M1N0, ਜਾਨੀ ਨੰਬਰ ਆਫ ਹਾਫ ਵੇਵਸ of electric vector in direction A is equal to 1 and along direction B 0। अगर तुसी ਇਹਦੇ ਵਿੱਚ ਕੰਸਨਟ੍ਰੇਟ ਕਰੋ, ਇੱਥੋਂ along direction A ਦੇਖੋਗੇ, ਇੱਥੇ ਇਲੈਕਟ੍ਰਿਕ ਵੈਕਟਰ E 0 ਹੈ। ਇੱਥੋਂ ਇੱਧਰ ਨੂੰ ਚੱਲੇ ਮੈਕਸਿਮਮ ਆ ਗਈ, ਫਿਰ ਇੱਧਰ ਨੂੰ ਚੱਲੇ ਇੱਥੇ ਫਿਰ 0 ਆ ਗਈ। ਦੈਟ ਮੀਨਸ λ/2 ਕਵਰ ਹੋ ਗਿਆ ਜਦੋਂ ਅਸੀਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਗਏ। तो इत्थे असी की कहांगे कि अलॉन्ग डायरैक्शन A हाफ वेवलेंथ कितनी आईयां 1, सो M की वैल्यू कितनी होएगी 1। लेकिन अगर असी वाई एक्सिस के उत्ते जां हाइट के अकॉर्डिंगली जाने तो इत्थे भी E वैक्टर 0 है और जिद्दां जिद्दां उपर नूं जाने E वैक्टर की वैल्यू 0 ही रहिंदी है, कोई वेरिएशन नहीं आती। सो इन दिस केस N इज इक्वल टू 0। तो ये मोड जिहड़ा बन गया TE10 मोड। ਇਹਨੂੰ ਡਿਫਰੈਂਟ ਕੌਨਫੀਗਰੇਸ਼ਨ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ। ਇਲੈਕਟ੍ਰਿਕ ਵੈਕਟਰ ਦੀ ਸੈਂਟਰ 'ਚ ਡੈਂਸਿਟੀ ਜਿਹੜੀ ਮੈਕਸਿਮਮ ਹੈ, ਜਿਉਂ-ਜਿਉਂ ਅਸੀਂ ਸਾਈਡਸ ਤੇ ਨੂੰ ਜਾਂਦੇ ਹਾਂ ਉਹ ਘਟਦੀ ਜਾਂਦੀ ਹੈ। ਅਗਰ ਤੁਸੀਂ ਅਲੋਂਗ Z ਐਕਸਿਸ ਦੇਖੋਗੇ ਤਾਂ ਇਹ ਪੋਜ਼ਿਟਿਵ ਐਂਡ ਹਾਫ ਨੈਗੇਟਿਵ ਸਾਈਕਲਸ ਦੇ ਵਿੱਚ ਤੁਹਾਨੂੰ ਵੇਰੀਏਸ਼ਨ ਹੁੰਦੀ ਨਜ਼ਰ ਆਏਗੀ। ਹੋਰ ਜ਼ਿਆਦਾ ਇਲੈਬੋਰੇਟ ਇਹਨੂੰ 3 ਡਾਇਮੈਂਸ਼ਨਸ ਦੇ ਵਿੱਚ ਕਰਨ ਦੇ ਲਈ ਆਪਾਂ ਇੱਕ ਐਨੀਮੇਸ਼ਨ ਨੂੰ ਸਟੱਡੀ ਕਰ ਸਕਦੇ ਹਾਂ। और इस पासे वेवगाइड का एक एंड है, इस पासे वेवगाइड का दूसरा एंड है। यह वेवगाइड की फुल लेंथ है। ये तुसी देखो इलैक्ट्रिक वैक्टर है जोड़ा वो नैगेटिव फुल साइकिल, फिर 0, फिर पॉजिटिव फुल साइकिल, फिर 0, फिर नैगेटिव फुल साइकिल। इस तरह के साइकिल च वो चेंज हो रहा है पॉजिटिव एंड नैगेटिव साइकिल्स दे विच। और जिहड़े ब्लू सर्कल्स हॉरिजेंटल प्लेन दे विच देख रहे हो, ये मैगनैटिक फील्ड है, क्योंकि मैगनैटिक फील्ड हमेशा ही क्लोज्ड लूप्स दे विच होंदी है। और नाल ही तुसी देख सकते हो कि ये जिहड़ा फील्ड है, अगर एक फील्ड की तुसी कंसनट्रेट करो, ये अलॉन्ग द एक्सिस ऑफ द वेवगाइड ट्रैवल कर रहा है, अलॉन्ग द वेवगाइड। ठीक है जी। तो इथों तुसी TE10 मोड की हर एंगल तो देख सकते हो कि किस तरह वेव जिहड़ी है वो ट्रैवल कर रही है, की इहदी कॉन्फिगरेशन होंदी है। सेंटर दे विच E वैक्टर की कंसनट्रेशन मैक्सिमम है, वॉल्स के नेड़े 0 है। जिहड़ा मैगनैटिक फील्ड है वो हॉरिजोंटल प्लेन दे विच हुंदा है इन सर्कल्स, और दोनों ही वेवगाइड के एक साइड तो लैके ट्रांसमिट करते करते दूसरे एंड तक जाते हैं। तो ये TE10 मोड आ गया। इस तरह ही दूसरे मोड ने, लेकिन वो इन्नी ज़्यादा डिटेल च आप डिस्कस नहीं करांगे। TE10 मोड मैं ज़्यादा थोनों डिटेल दे विच एनीमेशन एंड फील्ड कॉन्फिगरेशनस तां दिखाईयां ने ताकि थोनों ये बेसिकली समझ लग जाए कि किस तरह की डिस्ट्रीब्यूशन इन्हां दी हुंदी है इन द इनसाइड द वेवगाइड। सो जे होर दूसरिया हुण कॉन्फिगरेशन फील्ड, ये बेसिकली की है कि फील्ड पैटर्न है। थोनों एग्जाम दे विच क्वेश्चन आ सकता है कि TE10 मोड का फील्ड पैटर्न प्लॉट करो, तो तुसी आ दोनों फिगर्स उत्थे शो करनियां होंदियां ने कि इन टर्म्स ऑफ एरोज फील्ड कंसनट्रेशन TE10 मोड दे विच आ होएगी, और इन टर्म्स ऑफ कर्व
ਦੇ ਵਿੱਚ ਜੇ ਸਟਰੈਂਥ ਸ਼ੋ ਕਰੋ ਤਾਂ ਸੈਂਟਰ ਦੇ ਵਿੱਚ ਮੈਕਸਿਮਮ ਸਾਈਡਸ ਦੇ ਉੱਪਰ 0। ਤਾਂ ਇਹ ਕੌਨਫੀਗਰੇਸ਼ਨ ਜਿਹੜੀ ਹੈ ਫੀਲਡ ਪੈਟਰਨ ਹੈ TE10 ਮੋਡ ਦਾ, ਇਹ ਤੁਸੀਂ ਉੱਥੇ ਪਲਾਟ ਕਰਨਾ ਹੁੰਦਾ। ਆਹ ਦੋਨੋਂ ਫਿਗਰਸ ਤੁਹਾਡੇ ਅੰਡਰਸਟੈਂਡਿੰਗ ਲਈ ਨੇ ਕਿ ਇਹਨੂੰ ਤੁਸੀਂ 3D ਦੇ ਵਿੱਚ ਵਿਊ ਕਰ ਸਕੋ ਕਿ ਕਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੇ ਉਹ ਸਪੇਸ ਵਾਈਜ਼ ਡਿਸਟਰੀਬਿਊਟ ਹੋਈਆਂ ਨੇ ਇਨ X, Y ਐਂਡ Z ਐਕਸਿਸ ਦੇ ਅਲੋਂਗ, ਔਰ ਕਿਸ ਤਰ੍ਹਾਂ ਇਹ ਵੇਵ ਗਾਈਡ ਦੇ ਵਿੱਚ ਇੱਕ ਡਾਇਰੈਕਸ਼ਨ ਤੋਂ ਦੂਸਰੀ ਡਾਇਰੈਕਸ਼ਨ ਦੇ ਵਿੱਚ ਐਨਰਜੀ ਜਿਹੜੀ ਹੈ ਉਹ ਟਰਾਂਸਮਿਟ ਹੋ ਰਹੀ ਹੈ। ਹੁਣ ਜੇ ਮੰਨ ਲਓ ਤੁਹਾਨੂੰ TE20 ਮੋਡ ਦਾ ਫੀਲਡ ਪੈਟਰਨ ਪਲਾਟ ਹੋਣ ਨੂੰ ਆ ਜਾਂਦਾ ਹੈ ਤਾਂ ਤੁਸੀਂ ਉੱਥੇ ਆਹ ਵਾਲੀਆਂ ਤਿੰਨੋਂ ਫਿਗਰਸ ਡਰਾ ਕਰਕੇ ਦਿਖਾ ਸਕਦੇ ਹੋ ਕਿ ਇਹ ਪੋਜ਼ਿਟਿਵ ਐਂਡ ਨੈਗੇਟਿਵ ਹਾਫ ਸਾਈਕਲ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਫੀਲਡ ਪੈਟਰਨ ਬਣਿਆ ਹੋਇਆ, ਅੱਧਾ ਪੋਜ਼ਿਟਿਵ ਅੱਧਾ ਨੈਗੇਟਿਵ, ਦੋ ਹਾਫ ਸਾਈਕਲ ਅਲੋਂਗ A ਡਾਇਰੈਕਸ਼ਨ ਨੇ, ਲੇਕਿਨ ਅਲੋਂਗ Y ਡਾਇਰੈਕਸ਼ਨ ਕੋਈ ਫੀਲਡ ਪੈਟਰਨ ਨਹੀਂ ਹੈ। ਸਿਮਿਲਰਲੀ TE30 ਅਗਰ ਪਲਾਟ ਹੋਣਾ ਆਉਂਦਾ ਉਹ ਤੁਸੀਂ ਇਸ ਤਰ੍ਹਾਂ ਨਾਲ ਪਲਾਟ ਕਰ ਸਕਦੇ ਹੋ, ਜਿਹਦੇ ਵਿੱਚ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ 3 ਹਾਫ ਸਾਈਕਲ ਆਉਂਦੇ ਨੇ ਔਰ ਵਰਟੀਕਲ ਦੇ ਵਿੱਚ ਕੋਈ ਨਹੀਂ ਆਉਂਦਾ। ਤਾਂ ਜਿਹੜੀ ਮੈਂ PDF ਫਾਈਲ ਤੁਹਾਨੂੰ WhatsApp ਗਰੁੱਪ ਦੇ ਵਿੱਚ ਪਾਵਾਂਗਾ ਉਹਦੇ ਵਿੱਚ ਇਹਨਾਂ 3 ਮੋਡਸ ਤੋਂ ਇਲਾਵਾ ਹੋਰ ਵੀ ਕਈ ਮੋਡਸ ਤੇ ਫੀਲਡ ਪੈਟਰਨ ਸ਼ੋ ਕੀਤੇ ਹੋਏ ਨੇ, ਉਹ ਉੱਥੋਂ ਚੰਗੀ ਤਰ੍ਹਾਂ ਸਟੱਡੀ ਕਰਕੇ ਤੁਸੀਂ ਨੋਟ ਕਰਕੇ ਉਹਨਾਂ ਦੇ ਨੋਟਸ ਐਂਡ ਅਸਾਈਨਮੈਂਟਸ ਆਪਣੇ ਕੋਲ ਬਣਾ ਲੈਣੇ ਨੇ। ਨੈਕਸਟ ਆ ਗਿਆ ਟਰਾਂਸਵਰਸ ਮੈਗਨੈਟਿਕ ਮੋਡ। ਇਹਦੇ ਵਿੱਚ ਮੈਗਨੈਟਿਕ ਵੈਕਟਰ ਹੈ ਜਿਹੜਾ ਉਹ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਦੇ ਪਰਪੈਂਡੀਕੂਲਰ ਹੁੰਦਾ। ਆਹ ਜਿਹੜਾ ਵੇਵ ਗਾਈਡ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਰੈੱਡ ਡਾਟਸ ਵਾਲਾ ਜਿਹੜਾ ਸਰਕਲ ਹੈ ਇਹ ਮੈਗਨੈਟਿਕ ਵੇਵ ਹੈਗੀ ਹੈ ਜਾਂ ਮੈਗਨੈਟਿਕ ਲੂਪ ਹੈ। ਇਹ ਵਰਟੀਕਲ ਪਲੇਨ ਦੇ ਵਿੱਚ ਹੈ। ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਜਿਹੜੀ ਵੇਵ ਦੀ ਹੈ ਅਲੋਂਗ ਐਕਸਿਸ ਯਾਨੀ ਕਿ ਹੌਰੀਜ਼ੌਂਟਲ ਪਲੇਨ ਦੇ ਵਿੱਚ ਹੈ। ਸੋ ਇਹ ਫੀਲਡ ਜਿਹੜਾ ਹੈ ਇਹ ਟਰਾਂਸਵਰਸ ਮੈਗਨੈਟਿਕ ਮੋਡ ਆ ਗਿਆ। ਲੇਕਿਨ ਇਲੈਕਟ੍ਰਿਕ ਵੈਕਟਰ ਅਗਰ ਤੁਸੀਂ ਲੈਂਥ ਵਾਈਜ਼ ਇਹਨੂੰ ਦੇਖੋਗੇ ਕਿ ਇਲੈਕਟ੍ਰਿਕ ਵੈਕਟਰ ਜਿਹੜਾ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਦੇ ਪੈਰਲਲ ਆ ਜਾਂਦਾ ਹੈ ਕਿਸੇ ਜਗ੍ਹਾ ਦੇ ਉੱਪਰ ਆ ਕੇ। ਤਾਂ ਇਲੈਕਟ੍ਰਿਕ ਵੈਕਟਰ ਜਿਹੜਾ ਉਹ 90 ਡਿਗਰੀ ਤੇ ਨਹੀਂ ਹੈ, ਸਿਰਫ ਮੈਗਨੈਟਿਕ ਵੈਕਟਰ ਹੈ ਜਿਹੜਾ ਐਟ 90 ਡਿਗਰੀ ਤੇ ਹੈ। ਤਾਂ ਇੱਥੇ ਹੁਣ ਮੈਗਨੈਟਿਕ ਵੈਕਟਰ ਹੈ ਜਿਹੜਾ ਮੈਗਨੈਟਿਕ ਲਾਈਨਸ ਨੇ ਇਹ ਕਲੋਜ਼ਡ ਲੂਪ ਦੇ ਵਿੱਚ ਬਣੀਆਂ ਹੋਈਆਂ ਨੇ, ਕਿਉਂਕਿ ਮੈਗਨੈਟਿਕ ਫੀਲਡ ਜਿਹੜੀ ਲਾਈਨ ਹੈ ਇਹ ਕਦੇ ਵੀ ਬ੍ਰੇਕ ਨਹੀਂ ਹੁੰਦੀ। ਕਲੋਜ਼ਡ ਲੂਪ ਦਾ ਮਤਲਬ ਹੈ 360 ਡਿਗਰੀ। ਹੁਣ ਜਦੋਂ ਕਲੋਜ਼ਡ ਲੂਪ ਹੈ ਇਹਦਾ ਮਤਲਬ ਸਿੱਧਾ ਹੈ ਕਿ ਹਾਈਟ ਵਾਈਜ਼ 180 ਡਿਗਰੀ ਆਇਆ ਔਰ ਹੌਰੀਜ਼ੌਂਟਲੀ ਵੀ 180 ਡਿਗਰੀ ਫੇਜ਼ ਸ਼ਿਫਟ ਹੋਈ ਹੈ। तो इत्थे M भी 1 होएगा और N भी 1 होएगा। तो ये मोड की हो गया TM11 मोड। तो अगर थोनों TM11 मोड की फील्ड कॉन्फ़िगरेशन ड्रा करानी आती है, वो कहता कि फील्ड पैटर्न ड्रा करो TM11 मोड का, तो तुसी ये वाला मोड उत्थे ड्रा करना है। इस तो बाद एक जिहड़ी टर्म है कट ऑफ वेवलेंथ। तो कट ऑफ वेवलेंथ बेसिकली तुसी अगर ज्योमैट्रिकली इनू समझना होवे तां तुसी इस वाली फिगर ते अगर कंसनट्रेट करो तो आ एक फुल हाफ वेवलेंथ जिहड़ी है इहदे अंदर फिट होई हुई है। हुण जे ये पर्टिकुलर वेवलेंथ नू असी वड्डी कर दईए तां एक कॉर्नर दे उपर इलैक्ट्रिक फील्ड की स्ट्रेंथ 0 नहीं रहेगी। ये जिहड़ी पर्टिकुलर वेव है ये इत्थों चल के ऐदा वेव गाइड तो बाहर आने की कोशिश करेगी और इस वाली वॉल ते नॉन जीरो इलैक्ट्रिक फील्ड की स्ट्रेंथ होएगी। तो जो वॉल के उत्ते इलैक्ट्रिक फील्ड स्ट्रेंथ नॉन जीरो आ गई तो वह वाला पर्टिकुलर ई वैक्टर वॉल के नाल शॉर्ट करेगा और वो वेव अटैनुएट हो जाएगी। तो इस करके आ जिहड़ी वेवलेंथ है पूरी की पूरी जिहदे विच सिर्फ एक हाफ वेवलेंथ वेव गाइड के फिट होंदी है, इनू असी कट ऑफ वेवलेंथ कहने आ। ये तो वड्डी वेवलेंथ कोई भी इस वेव गाइड के सस्टेन नहीं कर सकती। ये तो छोटियां वेवलेंथ ही इस वेव गाइड च सस्टेन करनगियां। तो इस करके जिहड़ी ब्रॉड डायमेंशन है इनू असी कहा सीगा कि ब्रॉड डायमेंशन ए जिहड़ी है वो इंटीजर मल्टीपल होनी चाहिए है λ/2 दी। तो कट ऑफ वेवलेंथ है जिहड़ी λ0 इफ जे M1 है तो λ0 शुड बी ट्वाइस ऑफ द विड्थ ऑफ द वेव गाइड।
तो ए अगर विड्थ ऑफ वेवगाइड है तो लैम्डा नॉट 2a ਦੇ इक्विवेलेंट होएगी अगर m 1 है। अगर m ਦੀ वैल्यू हायर है तो उस अकॉर्डिंगली हर एक मोड के लिए कट ऑफ वेवलेंथ जी है वो डिफर करेगी। तो कोई भी वेवलेंथ जी कट ऑफ वेवलेंथ तो ज़्यादा है वो उस वेवगाइड के विच सस्टेन नहीं करेगी। इस तो बाद आ गई जी गाइड वेवलेंथ। गाइड वेवलेंथ का मतलब है कि बेसिकली जदों भी कोई माइक्रोवेव वेवगाइड के विच एंटर कर जाती है वो आपां देखिया जिगजैग फैशन दे विच ट्रैवल करती है अलॉन्ग द एक्सिस ऑफ द वेवगाइड। तो नैचुरली उहदी जिहड़ी वेवगाइड है वेवलेंथ है वो डिफर कर जाएगी फ्रॉम फ्री स्पेस वेवलेंथ। तो जिहड़ी भी वेव गाइड के अंदर वेवलेंथ बनेगी उन्होंने असीं गाइड वेवलेंथ कहने आ। और गाइड वेवलेंथ जिहड़ी है हमेशा ही फ्री स्पेस वेवलेंथ तो ज़्यादा होंदी है। इन्हां दा आपसी रिलेशनशिप जिहड़ा है गाइड वेवलेंथ का, फ्री स्पेस वेवलेंथ का और कट ऑफ वेवलेंथ का, ये मैं PDF नोट्स के विच शेयर किया होया ग्रुप के विच, उत्थों तुसीं नोट कर लेना है। और ये टर्म्स जिहड़ियां ने सारियां इन्हां दे रूबरू हो जाना। ये नोट्स नूं भी चंगी तरह पढ़ लो। और ये कुछ इंपॉर्टेंट क्वेश्चन ने जिहड़े एग्जाम च भी आ सकते हैं। ये PDF के एंड च भी मैं कुछ इंपॉर्टेंट क्वेश्चन दिते हुए ने। ये सारे तुसी लैक्चर और PDF नोट्स की समरी दे विचों कढ़ के तैयार करके एक असाइनमेंट बना लेनी है और उहदियां पिक्स जिहड़ियां ने वो ग्रुप दे विच शेयर कर देनियां ने। थैंक यू।